ਮੇਰਾ ਵਿਆਹ ਗੁਰਜੀਤ ਨਾਲ ਹੋਇਆ ਸੀ। ਮੈਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਆਈ ਤਾਂ ਬਹੁਤ ਖੁਸ਼ ਸੀ। ਗੁਰਜੀਤ ਦਾ ਸੁਭਾਅ ਬਹੁਤ ਚੰਗਾ ਸੀ। ਮੈਂ ਬਹੁਤ ਖੁਸ਼ ਸੀ ਜੋ ਮੈਨੂੰ ਇੰਨਾ ਚੰਗਾ ਪਤੀ ਮਿਲਿਆ। ਮੈਂ ਜਦੋਂ ਰਾਤ ਨੂੰ ਆਪਣੇ ਕਮਰੇ ਵਿੱਚ ਬੈਠੀ ਤਾਂ ਅਚਾਨਕ ਮੈਨੂੰ ਕਿਸੇ ਦੇ ਰੋਣ ਚੀਕਣ ਚਲਾਉਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਆਵਾਜ਼ਾਂ ਸੁਣ ਕੇ ਮੈਂ ਸਹਿਮ ਗਈ। ਮੇਰਾ ਦਿਲ ਘਬਰਾਉਣ ਲੱਗਿਆ। ਮੈਂ ਸੋਚ ਰਹੀ ਸੀ ਕਿ ਬਾਹਰ ਜਾ ਕੇ ਦੇਖਾਂ ਕੀ ਗੱਲ ਹੈ, ਪਰ ਉਦੋਂ ਤੱਕ ਮੇਰੇ ਪਤੀ ਕਮਰੇ ਵਿੱਚ ਆ ਗਏ। ਮੈਨੂੰ ਘਬਰਾਇਆ ਹੋਇਆ ਦੇਖ ਕੇ ਉਹ ਸਮਝ ਗਏ ਕਿ ਮੈਂ ਕੀ ਸੋਚ ਰਹੀ ਹਾਂ ਤਾਂ ਉਹ ਕਹਿਣ ਲੱਗੇ, ਤੂੰ ਪਰੇਸ਼ਾਨ ਨਾ ਹੋ। ਇਸ ਘਰ ਵਿੱਚ ਸਭ ਆਪਣੀ ਮਰਜ਼ੀ ਨਾਲ ਜਿਉਂਦੇ ਹਨ। ਤੈਨੂੰ ਕਿਸੇ ਦੇ ਵਿੱਚ ਬੋਲਣ ਦੀ ਜ਼ਰੂਰਤ ਨਹੀਂ। ਮੈਂ ਆਪਣੇ ਪਤੀ ਨੂੰ ਪੁੱਛਿਆ, ਇਹ ਕਿਸ ਦੇ ਰੋਣ ਦੀ ਆਵਾਜ਼ ਹੈ? ਉਹਨਾਂ ਨੇ ਦੱਸਿਆ ਕਿ ਉਹ ਮੇਰੀ ਦਰਾਣੀ ਹੈ। ਉਹ ਰੋਜ਼ ਰਾਤ ਨੂੰ ਇਸ ਤਰ੍ਹਾਂ ਹੀ ਰੋਂਦੀ ਹੈ। ਦਰਅਸਲ ਮੇਰੇ ਦਿਓਰ ਦਾ ਵਿਆਹ ਪਹਿਲਾਂ ਹੋ ਗਿਆ ਸੀ। ਮੇਰੇ ਪਤੀ ਨੇ ਕਿਹਾ ਕਿ ਇਹ ਦੋਨਾਂ ਪਤੀ ਪਤਨੀ ਦਾ ਆਪਸ ਦਾ ਮਾਮਲਾ ਹੈ, ਤੂੰ ਇਸ ਵੱਲ ਜ਼ਿਆਦਾ ਧਿਆਨ ਨਾ ਦੇ। ਫਿਰ ਅਸੀਂ ਆਪਣੀਆਂ ਗੱਲਾਂ ਕਰਨ ਲੱਗੇ। ਅਗਲੀ ਸਵੇਰ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਆਈ ਤਾਂ ਮੇਰੀ ਦਰਾਣੀ ਘਰ ਵਿੱਚ ਕੰਮ ਕਰ ਰਹੀ ਸੀ। ਮੈਂ ਸੋਚਿਆ ਕਿ ਉਸ ਤੋਂ ਪੁੱਛਦੀ ਹਾਂ ਕਿ ਰਾਤ ਨੂੰ ਕੀ ਹੋਇਆ ਸੀ, ਤੂੰ ਕਿਉਂ ਰੋ ਰਹੀ ਸੀ? ਪਰ ਫਿਰ ਮੈਂ ਸੋਚਿਆ ਕਿ ਕਿਤੇ ਮੇਰੀ ਦਰਾਣੀ ਨੂੰ ਮੇਰੀ ਗੱਲ ਦਾ ਬੁਰਾ ਨਾ ਲੱਗ ਜਾਵੇ, ਇਸ ਲਈ ਮੈਂ ਉਸ ਤੋਂ ਕੁਝ ਨਾ ਪੁੱਛਿਆ। ਮੇਰੀ ਸੱਸ ਨੇ ਮੈਨੂੰ ਨਾਸ਼ਤੇ ਦੇ ਲਈ ਬੁਲਾਇਆ। ਮੇਰੇ ਦਿਓਰ ਨੂੰ ਦੇਖ ਕੇ ਮੈਂ ਸੋਚਣ ਲੱਗ ਗਈ, ਪਤਾ ਨਹੀਂ ਉਹ ਆਪਣੀ ਪਤਨੀ ਨਾਲ ਅਜਿਹਾ ਵਿਵਹਾਰ ਕਿਉਂ ਕਰਦਾ ਹੈ। ਮੈਨੂੰ ਉਸ ਨੂੰ ਦੇਖ ਕੇ ਬਹੁਤ ਗੁੱਸਾ ਆ ਰਿਹਾ ਸੀ, ਪਰ ਬਾਕੀ ਸਭ ਨਾਰਮਲ ਸਨ, ਜਿਵੇਂ ਰਾਤ ਨੂੰ ਕੁਝ ਹੋਇਆ ਹੀ ਨਾ ਹੋਵੇ। ਅਗਲੇ ਰਾਤ ਮੇਰੀ ਦਰਾਣੀ ਦੇ ਰੋਣ ਦੀ ਫਿਰ ਆਵਾਜ਼ ਆਉਣ ਲੱਗੀ। ਮੈਂ ਸੋਚਣ ਲੱਗੀ, ਆਖਿਰ ਮਾਜਰਾ ਕੀ ਹੈ? ਕਿਉਂ ਮੇਰੀ ਦਰਾਣੀ ਰੋਜ਼ ਰਾਤ ਨੂੰ ਰੋਂਦੀ ਹੈ? ਮੈਂ ਪਤੀ ਤੋਂ ਵੀ ਕੁਝ ਪੁੱਛਣ ਦੀ ਕੋਸ਼ਿਸ਼ ਕਰਦੀ, ਪਰ ਉਹ ਕੁਝ ਨਾ ਦੱਸਦੇ ਤੇ ਮੈਨੂੰ ਵੀ ਕਹਿੰਦੇ ਕਿ ਪਤੀ ਪਤਨੀ ਦੇ ਮਾਮਲੇ ਤੋਂ ਦੂਰ ਰਹਿ। ਉਹ ਜੋ ਕੁਝ ਵੀ ਕਰਨ, ਇਹ ਉਹਨਾਂ ਦਾ ਮਾਮਲਾ ਹੈ। ਅਗਲੀ ਸਵੇਰ ਮੇਰੀ ਸੱਸ ਮੇਰੀ ਦਰਾਣੀ ਨੂੰ ਕਿਸੇ ਗੱਲ ਤੇ ਡਾਂਟ ਰਹੀ ਸੀ। ਮੇਰਾ ਦਿਓਰ ਬੈਠਾ ਸਭ ਕੁਝ ਸੁਣ ਰਿਹਾ ਸੀ, ਪਰ ਉਸਨੇ ਆਪਣੀ ਮਾਂ ਨੂੰ ਕੁਝ ਨਹੀਂ ਕਿਹਾ। ਮੇਰੇ ਵਿਆਹ ਨੂੰ 2 ਹਫ਼ਤੇ ਹੋ ਗਏ, ਪਰ ਗੁਰਜੀਤ ਤੇ ਮੈਂ ਇਕੱਠੇ ਬੈਠ ਕੇ ਕਦੇ ਖਾਣਾ ਨਹੀਂ ਖਾਧਾ ਸੀ, ਕਿਉਂਕਿ ਇਹ ਮੇਰੇ ਸਹੁਰੇ ਘਰ ਦਾ ਨਿਯਮ ਨਹੀਂ ਸੀ। ਮੇਰੀ ਸੱਸ ਮੈਨੂੰ ਤਾਂ ਕੁਝ ਨਹੀਂ ਕਹਿੰਦੀ, ਪਰ ਮੇਰੀ ਦਰਾਣੀ ਨੂੰ ਹਮੇਸ਼ਾ ਬੋਲਦੀ ਰਹਿੰਦੀ। ਮੇਰੀ ਸੱਸ ਦਾ ਸੁਭਾਅ ਸਖਤ ਸੀ। ਗੁਰਜੀਤ ਦੇ ਦੋਸਤ ਦਾ ਵਿਆਹ ਸੀ, ਪਰ ਮੇਰੀ ਸੱਸ ਨੇ ਮੈਨੂੰ ਉਹਨਾਂ ਨਾਲ ਨਾ ਜਾਣ ਦਿੱਤਾ। ਅੱਜ ਗੁਰਜੀਤ ਘਰ ਨਹੀਂ ਸੀ ਤੇ ਮੇਰੇ ਕੋਲ ਇਹੀ ਮੌਕਾ ਸੀ। ਮੈਂ ਸੋਚਿਆ ਕਿ ਜਾ ਕੇ ਦੇਖਦੀ ਹਾਂ ਕਿ ਦਿਓਰ ਦੇ ਕਮਰੇ ਵਿੱਚ ਕੀ ਹੁੰਦਾ ਹੈ। ਮੈਂ ਹੌਲੀ-ਹੌਲੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਕਿ ਮੇਰੀ ਸੱਸ ਨੂੰ ਪਤਾ ਨਾ ਚੱਲੇ ਤੇ ਮੈਂ ਦੱਬੇ ਪੈਰੀ ਦਿਓਰ ਦੇ ਕਮਰੇ ਵੱਲ ਗਈ। ਮੈਂ ਕਮਰੇ ਦੇ ਕੋਲ ਜਾ ਕੇ ਦੇਖਿਆ ਤਾਂ ਕੁੰਡੀ ਨਹੀਂ ਲੱਗੀ ਸੀ। ਮੈਂ ਡਰਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਜੋ ਮੈਂ ਅੰਦਰ ਦੇਖਿਆ ਉਹ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿ ਇਹ ਮਾਜਰਾ ਕੀ ਹੈ। ਮੈਨੂੰ ਅਚਾਨਕ ਦੇਖ ਕੇ ਮੇਰੇ ਦਿਓਰ ਤੇ ਦਰਾਣੀ ਹੈਰਾਨ ਹੋ ਗਏ। ਉਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਮੈਂ ਇਸ ਤਰ੍ਹਾਂ ਅਚਾਨਕ ਉਹਨਾਂ ਦੇ ਕਮਰੇ ਵਿੱਚ ਆ ਜਾਵਾਂਗੀ। ਅੰਦਰ ਦਾ ਨਜ਼ਾਰਾ ਅਜਿਹਾ ਸੀ ਕਿ ਮੈਂ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਕਰ ਪਾ ਰਹੀ ਸੀ। ਅੰਦਰ ਜਾ ਕੇ ਮੈਂ ਦੇਖਿਆ ਉਹ ਦੋਵੇਂ ਇੱਕ ਦੂਜੇ ਨੂੰ ਪਿਆਰ ਨਾਲ ਖਾਣਾ ਖਵਾ ਰਹੇ ਸੀ ਤੇ ਉਹਨਾਂ ਕੋਲ ਇੱਕ ਮੋਬਾਈਲ ਰੱਖਿਆ ਹੋਇਆ ਸੀ, ਜਿਸ ਵਿੱਚ ਰੋਣ ਦੀ ਆਵਾਜ਼ ਆ ਰਹੀ ਸੀ। ਇਹ ਆਵਾਜ਼ ਤਾਂ ਮੇਰੀ ਦਰਾਣੀ ਦੀ ਸੀ। ਫਿਰ ਮੇਰੀ ਦਰਾਣੀ ਨੇ ਮੈਨੂੰ ਦੇਖ ਕੇ ਅੰਦਰ ਬੁਲਾਇਆ। ਮੈਂ ਹੈਰਾਨੀ ਨਾਲ ਉਹਨਾਂ ਵੱਲ ਦੇਖ ਰਹੀ ਸੀ। ਮੈਂ ਉਹਨਾਂ ਤੋਂ ਪੁੱਛ ਹੀ ਲਿਆ, ਇਹ ਸਭ ਕੀ ਹੈ? ਮੈਂ ਤਾਂ ਤੁਹਾਡਾ ਝਗੜਾ ਖਤਮ ਕਰਵਾ ਕੇ ਸੁਲ੍ਹਾ ਕਰਵਾਉਣ ਆਈ ਸੀ। ਇਸ ਘਰ ਵਿੱਚ ਕਿਸੇ ਨੂੰ ਤੇਰੇ ਰੋਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ। ਇਹ ਸੁਣ ਕੇ ਮੇਰੀ ਦਰਾਣੀ ਕਹਿਣ ਲੱਗੀ ਕਿ ਸਾਡੀ ਲਵ ਮੈਰਿਜ ਹੋਈ ਸੀ। ਅਸੀਂ ਕਾਲਜ ਤੋਂ ਹੀ ਇੱਕ ਦੂਜੇ ਨੂੰ ਪਸੰਦ ਕਰਦੇ ਸੀ, ਪਰ ਇਸ ਘਰ ਵਿੱਚ ਲਵ ਮੈਰਿਜ ਦੀ ਇਜਾਜ਼ਤ ਨਹੀਂ ਸੀ। ਜਦੋਂ ਮੈਂ ਵਿਆਹ ਕਰਕੇ ਇਸ ਘਰ ਵਿੱਚ ਆਈ, ਉਦੋਂ ਤੋਂ ਹੀ ਮੇਰੀ ਸੱਸ ਨੇ ਮੇਰਾ ਜਿਉਣਾ ਔਖਾ ਕਰ ਦਿੱਤਾ। ਦਿਨ ਰਾਤ ਸਾਡੇ ਵਿੱਚ ਲੜਾਈ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਸੀ ਤਾਂ ਕਿ ਸਾਡਾ ਤਲਾਕ ਹੋ ਜਾਵੇ ਤੇ ਇਹ ਉਹਨਾਂ ਦੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲੈਣ। ਉਹ ਹਮੇਸ਼ਾ ਮੇਰੇ ਕੰਮ ਵਿੱਚ ਨੁਕਸ ਕੱਢਦੀ ਸੀ। ਹਰ ਵੇਲੇ ਮੈਨੂੰ ਕੁਝ ਨਾ ਕੁਝ ਸੁਣਾਉਂਦੀ ਰਹਿੰਦੀ ਸੀ।
ਮੈਨੂੰ ਹਰ ਰੋਜ਼ ਤਾਨੇ ਦਿੰਦੀ ਸੀ, ਪਰ ਸੱਸ ਦੀਆਂ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਡੇ ਵਿੱਚ ਕਦੇ ਲੜਾਈ ਨਹੀਂ ਹੋਈ। ਉਹ ਮੈਨੂੰ ਹਰ ਵੇਲੇ ਕੋਸਦੀ ਰਹਿੰਦੀ ਤੇ ਕਹਿੰਦੀ ਕਿ ਮੈਂ ਮਾਂ ਪੁੱਤ ਵਿੱਚ ਫਰਕ ਪਵਾ ਦਿੱਤਾ, ਪਰ ਮੈਂ ਉਹਨਾਂ ਨੂੰ ਮੋੜ ਕੇ ਕੋਈ ਜਵਾਬ ਨਾ ਦਿੰਦੀ। ਇੱਕ ਦਿਨ ਸਾਡਾ ਕਿਸੇ ਗੱਲ ਪਿੱਛੇ ਛੋਟਾ ਜਿਹਾ ਝਗੜਾ ਹੋ ਗਿਆ। ਇਹ ਦੇਖ ਕੇ ਆਪਣੀ ਸੱਸ ਬਹੁਤ ਖੁਸ਼ ਹੋਈ। ਫਿਰ ਮੈਂ ਸਮਝ ਗਈ ਕਿ ਇਹ ਚਾਹੁੰਦੀ ਆ ਕਿ ਸਾਡੇ ਵਿੱਚ ਝਗੜਾ ਹੁੰਦਾ ਰਹੇ। ਫਿਰ ਅਸੀਂ ਲੜਨ ਦਾ ਨਾਟਕ ਕਰਨ ਲੱਗੇ। ਮੇਰੀ ਸੱਸ ਨੂੰ ਲੱਗਣ ਲੱਗਿਆ ਕਿ ਇਹ ਮੈਨੂੰ ਮਾਰਦੇ ਹਨ, ਇਸ ਲਈ ਉਹ ਬਹੁਤ ਖੁਸ਼ ਹੁੰਦੀ। ਇਹ ਦੇਖ ਕੇ ਉਸਨੇ ਮੈਨੂੰ ਤਾਨੇ ਦੇਣੇ ਵੀ ਘੱਟ ਕਰ ਦਿੱਤੇ, ਪਰ ਅਸੀਂ ਇੱਕ ਦੂਸਰੇ ਨਾਲ ਬਹੁਤ ਖੁਸ਼ ਹਾਂ। ਬਸ ਸੱਸ ਨੂੰ ਦਿਖਾਉਣ ਲਈ ਰੋਂਦੀ ਰਹਿੰਦੀ ਹਾਂ। ਤੁਹਾਡੇ ਪਤੀ ਨੂੰ ਵੀ ਇਹ ਸਭ ਪਤਾ ਹੈ, ਉਹ ਸਮਝਦਾਰ ਹਨ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ ਕਿ ਮੇਰੇ ਦਿਓਰ ਦਰਾਣੀ ਵਿੱਚ ਸਭ ਠੀਕ ਹੈ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ। ਮੈਂ ਸੋਚ ਰਹੀ ਸੀ ਕਿ ਮੇਰੀ ਸੱਸ ਕਿਹੋ ਜਿਹੀ ਮਾਂ ਹੈ ਜੋ ਆਪਣੇ ਬੇਟੀਆਂ ਦੀ ਖੁਸ਼ੀ ਵਿੱਚ ਖੁਸ਼ ਨਹੀਂ ਹੁੰਦੀ। ਜਦੋਂ ਮਾਂ ਅਜਿਹੀ ਹੋਵੇ ਤਾਂ ਬੇਟਿਆਂ ਨੂੰ ਦੋਨੋਂ ਰਿਸ਼ਤੇ ਸੰਭਾਲਣ ਲਈ ਕੋਈ ਨਾ ਕੋਈ ਰਾਹ ਤਾਂ ਕੱਢਣਾ ਹੀ ਪੈਂਦਾ ਹੈ। ਇਸ ਲਈ ਦੋਨੋਂ ਭਰਾ ਮਾਂ ਨੂੰ ਵੀ ਖੁਸ਼ ਰੱਖਦੇ ਤੇ ਪਤਨੀਆਂ ਨੂੰ ਵੀ। ਇਸ ਲਈ ਗੁਰਜੀਤ ਵੀ ਮੇਰੇ ਨਾਲ ਬਹੁਤ ਕੁਝ ਆਪਣੀ ਮਾਂ ਤੋਂ ਚੋਰੀ ਕਰਦੇ ਸਨ। ਸੋ ਦੋਸਤੋ, ਕਦੇ-ਕਦੇ ਰਿਸ਼ਤਿਆਂ ਨੂੰ ਬਚਾਉਣ ਤੇ ਆਪਣਿਆਂ ਦੀ ਖੁਸ਼ੀ ਲਈ ਅਜਿਹੇ ਕਦਮ ਚੁੱਕਣੇ ਪੈਂਦੇ ਹਨ, ਕਿਉਂਕਿ ਹਰ ਰਿਸ਼ਤੇ ਦੀ ਸਾਡੀ ਜ਼ਿੰਦਗੀ ਵਿੱਚ ਖਾਸ ਜਗ੍ਹਾ ਹੁੰਦੀ ਹੈ ਤੇ ਅਸੀਂ ਕੋਈ ਵੀ ਰਿਸ਼ਤਾ ਖੋਣਾ ਨਹੀਂ ਚਾਹੁੰਦੇ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ, ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।